अस्सलाम वालेकुम सजना बेलियो मित्रों की हाल है तुसां दा ठीक हो उम्मीद है खुश होवोगे ठीक होवोगे अल्लाह पाक दियां तुहाडे ते खास रहमतां और बरकतां नाज़िल हो और तुहाडे कारोबार दे विच ओ ज़ात खसूसी बरकत अता करे तुहानू हलाल दा रिज़्क खान दी और अपने अपने बच्चों नूं खवाने दी तौफीक अता करे और अपने वालिदैन दी खिदमत करने दी तौफीक अता करे। जनाब साढ़े कोल माशाअल्लाह हाजी साहब वापस आ चुके ने तकरीबन ए बीमार सन भी हाँ, ते 15 ਕੁ ਦਿਨ ਇਹ 15 ਕੁ ਦਿਨ ਜਿਹੜੇ ਨੇ ਨਾ ਇਹ ਵੀ ਚਾਰਪਾਈ ਤੇ ਰਹੇ ਨੇ ਤੇ ਇਹਨਾਂ ਦਾ ਮਸਲਾ ਇਹ ਸੀ ਇਹਨਾਂ ਦੀਆਂ ਨਾ ਸ਼ੂਗਰ ਦੀ ਵਜ੍ਹਾ ਨਾਲ ਨਾ ਪੈਰ ਦੀਆਂ 3 ਉਂਗਲਾਂ ਘਟੀਤੀਆਂ ਸਨ ਤੇ ਖੜੇ ਹੋ ਕੇ ਜ਼ਾਹਿਰ ਕੰਮ ਕਰਨਾ ਤੇ ਉਹ ਬੜਾ ਥੋੜਾ ਜਿਹਾ ਜਿਹੜਾ ਨਾ ਫਰਕ ਹੁੰਦਾ ਵੇ ਉਹ ਇਹਨਾਂ ਦਾ ਛੇ ਨਾ ਥੋੜਾ ਜਿਹਾ ਫਿਰ ਮਸਲਾ ਖਰਾਬ ਹੋ ਚੁੱਕਿਆ ਸੀ ਉਹ ਲੱਤ ਦਾ ਤੇ ਇਨਸੂਲਿਨ ਮੈਂ ਲਾਂਦਾ ਸਾਂ। ਹੂੰ ਉਹ ਮੈਂ ਛੱਡੀ ਸੀ ਵਿੱਚ ਕੋਈ 15-20 ਦਿਨ ਨਾ। ਹੂੰ ਉਹ ਨਹੀਂ ਸੀ ਛੱਡਣੀ ਚਾਹੀਦੀ। ਹਾਂ ਬਸ ਉਹਦੀ ਵਜ੍ਹਾ ਤੋਂ ਮੈਂ ਅਟੈਕ ਕੀਤਾ ਉਹਨੇ ਦੁਬਾਰਾ ਦੂਜੀ ਲੱਤ ਤੇ। ਸ਼ੂਗਰ ਨੇ ਦੁਬਾਰਾ ਅਟੈਕ ਕੀਤਾ ਦੂਸਰੀ ਲੱਤ ਤੇ। ਉਹ ਫਿਰ ਹੁਣ ਅਲਹਮਦੁਲਿਲਾ ਇਨਸੂਲਿਨ ਲਾਣਾ ਪਿਆ ਤੇ 15 ਕੁ ਦਿਨ ਮੈਂ ਬਾਅਦ ਅੱਜ ਆਇਆ ਦੁਕਾਨ ਤੇ। 15 ਦਿਨਾਂ ਬਾਅਦ ਅੱਲਾਹ ਤਾਲਾ ਮਿਹਰਬਾਨੀ ਕੀਤੀ। ਅੱਲਾਹ ਤਾਲਾ ਇਹਨਾਂ ਨੂੰ ਸ਼ਿਫਾ ਦੇ ਸਿਹਤਯਾਬੀ ਅਤਾ ਕਰੇ ਤੇ ਇਹਨਾਂ ਦੀਆਂ ਛੁੱਟੀਆਂ ਜੋ ਫਿਰ ਮੇਰਾ ਮਸਲਾ ਬਣ ਗਿਆ ਮੈਨੂੰ ਕਮਰ 'ਚ ਦਰਦ ਨਿਕਲ ਆਈ ਤੇ ਸਮਝ ਲਓ ਸਾਡੇ ਤੇ ਭਾਰਾ ਦਿਨ ਸ਼ੁਰੂ ਹੋਏ ਸਨ। ਫਿਰ ਅਲਹਮਦੁਲਿਲਾ ਅਸੀਂ ਜਨਾਬ ਬੈਕ ਆ ਗਏ ਹਾਂ ਦੁਕਾਨ ਤੇ ਠੀਕ ਹੈ ਤੇ ਬੜੀ ਖੁਸ਼ੀ ਹੋਈ ਹੈ ਹਾਈ ਸਾਹਿਬ ਵੀ ਸਹੀ ਜਾਬ ਹੋ ਕੇ ਜਨਾਬ ਦੁਬਾਰਾ ਆਪਣੀ ਸੀਟ ਤੇ ਆ ਕੇ ਖੜੇ ਹੋ ਗਏ ਨੇ ਤੇ ਅਸੀਂ ਵੀ ਅਲਹਮਦੁਲਿਲਾ ਆਪਣੀ ਸੀਟ ਤੇ ਆ ਕੇ ਖੜੇ ਹੋ ਚੁੱਕੇ ਹਾਂ ਤੇ ਇਹਨਾਂ ਇਸ ਦੌਰਾਨ ਹੀ ਜਨਾਬ WhatsApp ਤੇ ਵੀ ਕਾਲਾਂ ਚੱਲਦੀਆਂ ਰਹੀਆਂ ਨੇ ਕੋਈ ਮੈਸੇਜ ਵੀ ਆਉਂਦੇ ਰਹੇ ਨੇ ਮੇਨ ਚੀਜ਼ ਹਾਲੇ ਦੇ ਬਾਰੇ ਦੇ ਵਿੱਚ ਤੇ ਇਹ ਥੋੜਾ ਜਿਹਾ ਤੁਹਾਨੂੰ ਮੈਂ ਆਗਾਹ ਕਰ ਦਿੰਦਾ ਵਾਂ ਤੇ ਅਕਸਰ ਕਈਆਂ ਦੇ ਕਮੈਂਟ ਵੀ ਨੇ ਤੇ WhatsApp ਤੇ ਵੀ ਰਾਬਤੇ ਇਹੀ ਹੁੰਦੇ ਨੇ ਅਕਸਰ ਪੁੱਛਦੇ ਨੇ ਭਾਈ ਤੁਸੀਂ ਇਹ 3 ਇੰਚ ਡੋਨ ਹਾਲਾ ਕਿਉਂ ਕੱਟਦੇ ਹੋ ਇਹ ਵਾਲਾ ਕਾਲਰ ਦਾ ਬੈਨ ਦਾ ਤੁਸੀਂ 3 ਹੀ ਰੱਖਦੇ ਹੋ ਤੁਹਾਡੀ ਕਿਤਨੀ ਵੀਡੀਓ ਚੈੱਕ ਕੀਤੀਆਂ ਨੇ ਵੀਡੀਓ ਵੇਖੀਆਂ ਨੇ ਤੁਸੀਂ ਇਹ 3 ਦਾ ਹੀ ਕਟਿੰਗ ਕਰਦੇ ਹੋ ਇਹ ਮੈਂ ਨਿਸ਼ਾਨ ਲਗਾਇਆ ਸਿਰਫ ਤੁਹਾਨੂੰ ਨਜ਼ਰ ਆਉਣ ਵਾਸਤੇ ਠੀਕ ਹੈ ਇਹ ਦੇਖੋ 3 ਦੀ ਕਟਿੰਗ ਹੈ ਇਹ ਹੁਣ ਵੀ ਮੈਂ 3 ਹੀ ਕਟਿੰਗ ਕੀਤਾ ਹੋਇਆ ਇਹਦਾ ਕੀ ਫਰਕ ਹੈ ਇਹ ਕੀ ਮਸਲਾ ਹੈ 14.5 ਕਾਲਰ ਹੈ ਫਿਰ ਵੀ ਤੁਸੀਂ 3 ਹੀ ਕਟਿੰਗ ਕੀਤਾ ਹੈ 15 ਕਾਲਰ ਹੈ ਫਿਰ ਵੀ 3 ਕਟਿੰਗ ਕੀਤਾ ਹੈ ਜੇ 17 ਕਾਲਰ ਹੈ ਫਿਰ ਵੀ 3 ਕਟਿੰਗ ਕੀਤਾ ਹੈ 18 ਕਾਲਰ ਹੈ ਫਿਰ ਵੀ 3 ਕਟਿੰਗ ਕੀਤਾ ਹੈ ਇਹਦਾ ਵਿਚਲੀ ਵਜ੍ਹਾ ਕੀ ਹੈ ਤੇ ਮੇਰੇ ਪਿਆਰੇ ਭਾਈ ਇਹ ਜੇ ਅਸਾਂ 3 ਕਟਿੰਗ ਕੀਤਾ ਹੈ ਨਾ ਇਹਨੇ 3 ਨਹੀਂ ਰਹਿਣਾ 3 ਕਟਿੰਗ ਕੀਤਾ ਹੈ ਇਹਨੇ 3 ਨਹੀਂ ਰਹਿਣਾ ਉਹਦੀ ਵਜ੍ਹਾ ਅੱਛਾ ਜੀ ਇਹ ਵੇਖੋ ਇਹ ਮੈਂ ਨਿਸ਼ਾਨ ਤੋੜ ਸਿੱਧਾ ਲਗਾਇਆ ਇਹ 3 ਇੰਚ ਡੋਨ ਵੀ ਮੈਂ ਕੀਤੇ ਆ ਨਾਲ ਇਹ ਮੈਂ 3 ਇੰਚ ਮੈਂ ਡੋਨ ਵੀ ਕੀਤੇ ਆ ਸਿੱਧਾ ਹਾਸ਼ੀਆ ਲੱਗਿਆ ਹੋਇਆ ਇਹ ਕਮੀਜ਼ ਇਹ ਖਲੋ ਜੋ ਇਸ ਤਰ੍ਹਾਂ ਸਮਝ ਆਏਗੀ ਤੁਹਾਨੂੰ ਸਹੀ ਦੇਸੀ ਲਫ਼ਜ਼ਾਂ ਦੇ ਵਿੱਚ ਸਮਝਾ ਰਿਹਾ ਵਾਂ ਤੇ ਇਨਸ਼ਾਅੱਲਾ ਤਾਲਾ ਪਿਆਰੇ ਭਾਈਆਂ ਨੂੰ ਸਮਝ ਆਵੇਗੀ 3 ਹੈ ਵੇ 3 ਹੀ ਹੈ ਵੇ ਇਹਦੀ ਮੰਤਕ ਕੀ ਹੈ ਅਸਲੀ ਵਿਚਲੀ ਵਜ੍ਹਾ ਠੀਕ ਹੈ ਮੈਂ ਅੱਗੇ ਵੀ ਬਿਆਨ ਕੀਤਾ ਸੀ ਮੈਂ ਇਸ ਪ੍ਰੋਟੋਕੋਲ ਤੇ ਨਹੀਂ ਜਾਂਦਾ ਠੀਕ ਹੈ ਹਰ ਇੱਕ ਦਾ ਇੱਕ ਆਪਣਾ ਵਿਊ ਹੁੰਦਾ ਹੈ ਕਈ ਇਹ ਚੀਜ਼ਾਂ ਯੂਜ਼ ਕਰਦੇ ਨੇ ਬਾਕੀ ਅਸੀਂ ਇਹਨਾਂ ਚੀਜ਼ਾਂ ਨੂੰ ਫਾਲੋ ਨਹੀਂ ਕੀਤਾ ਤੇ ਅਲਹਮਦੁਲਿਲਾ ਅਸਾਂ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਨੇ ਖਾਲੀ ਇੱਕ ਨਹੀਂ ਮਾਸ਼ਾਅੱਲਾ ਵਾਕਈ ਰਗੜ ਖਾਧੀ ਹੈ ਮੈਂ ਠੀਕ ਹੈ ਅੱਛਾ ਇਹ ਜਿਹੜਾ ਵੇ ਨਾ ਇਸ਼ੂ ਇਹ 3 ਇੰਚ ਡਾਊਨ ਮੈਂ ਤਾਂ ਕੀਤਾ ਸਰ ਜੀ ਇਹਦੀ 3 ਇੰਚ ਡਾਊਨਿੰਗ ਦੀ ਅੱਛਾ ਜਿਸ ਟਾਈਮ ਅਸਾਂ ਇਹਦਾ ਕਾਲਰ ਚਾੜਨਾ ਹੈ ਨਾ ਬੈਨ ਚਾੜਨਾ ਹੈ ਮੇਨ ਮੰਤਕ ਹੈ ਸਮਝਿਆ ਜੇ ਇਧਰ ਕਰੋ ਜੀ ਥੋੜਾ ਜਿਹਾ ਕਾਲਰ ਚਾੜਨਾ ਜਾਂ ਬੈਨ ਚਾੜਨਾ ਇਹ ਮੈਂ ਨਿਸ਼ਾਨ ਲਗਾਇਆ ਹੈ ਇਹ ਦਬਾਅ ਕਟਿੰਗ ਹੁੰਦਾ ਹੈ ਇਹ ਦਬਾਅ ਕਟਿੰਗ ਹੋਵੇਗਾ ਇਸ ਦਬਾਅ ਦੇ ਵਿੱਚ ਇਹ ਵੇਖ ਲਓ ਇਹ 3 ਇੰਚ ਕੋਨਾ ਇੱਥੇ ਵੇ ਇਹ 3 ਇੰਚ ਇੱਥੋਂ ਪੂਰਾ ਹੈ ਇਸ ਦਬਾਅ ਦੇ ਵਿੱਚ ਜਿਸ ਟਾਈਮ ਇਹ ਹਿੱਸਾ ਕਟਿੰਗ ਹੋਣਾ ਇਹ ਅੱਧੀ ਇੰਚ ਤੁਹਾਡਾ ਜਿਹੜਾ ਹੈ ਨਾ ਇਹ ਹਿੱਸਾ ਡਾਊਨ ਹੋ ਜਾਣਾ ਅੱਧੀ ਇੰਚ ਪੂਰਾ ਹਿੱਸਾ ਤੁਹਾਡਾ ਡਾਊਨ ਹੋਣਾ ਅੱਧੀ ਇੰਚ ਡਾਊਨ ਸਮਝ ਲਓ ਇਸ ਟਾਈਮ ਲੰਬਾਈ ਜੇ 43.5 ਇਹ ਮੈਂ ਜਿੱਥੇ ਨਿਸ਼ਾਨ ਲਗਾਇਆ ਹੈ ਨਾ ਹਾਲੇ ਦੀ ਕਟਿੰਗ ਹੈ ਇੱਥੇ ਕਿੰਨਾ ਰਹਿ ਜਾਣਾ ਹੈ 43
ਇੱਥੇ 43 ਹੈ, ਇੱਥੇ ਆ ਕੇ ਕੋਨੇ ਤੇ 43.5 ਹੈ। ਠੀਕ ਹੈ। ਅੱਛਾ, ਇਹ ਜਿਸ ਟਾਈਮ ਇਹ ਦਬਾਅ ਕਟਿੰਗ ਹੋ ਗਿਆ, ਅਸੀਂ ਇਹਨੂੰ ਉੱਤੇ ਲੈ ਜੰਨੇ ਆ। ਇਹ ਲੋ, ਸਾਡਾ ਮੇਨ ਹੈ ਆ ਗਿਆ। ਪਿੱਛੇ ਹਾਲਾ ਕਿੰਨਾ ਰਹਿ ਗਿਆ? 2.5 ਇੰਚ। ਹਾਲਾ 2.5 ਰਹਿ ਗਿਆ। ਡੋਨਿੰਗ ਕਿੰਨੀ ਰਹਿ ਗਈ? ਇੱਥੇ ਆ ਗਏ 2.25, ਯਾਨੀ ਕਿ 2 ਸੂਤਰ 2.5 ਤੋਂ 2 ਸੂਤਰ ਵੱਧ। ਇੱਥੇ ਵੀ ਉਹੀ ਚੀਜ਼ ਰਹਿ ਗਈ ਹੈ। ਅੱਧੀ ਇੰਚ ਅਸਾਂ ਜਨਾਬੀ ਵਾਲੀ ਇੱਥੋਂ ਦਬਾਅ ਖਤਮ ਕਰ ਦਿੱਤਾ। ਜਿਸ ਟਾਈਮ ਤੁਸੀਂ ਕਾਲਰ ਚਾੜਨਾ, ਬੈਨ ਚਾੜਨਾ, ਤੁਸੀਂ ਟੋਟਲ ਕਟਿੰਗ ਕਰਨਾ ਹੁੰਦਾ ਹੈ। ਠੀਕ ਹੈ। ਮੇਰੀ ਕਟਿੰਗ ਦਾ ਇਹ ਹਿਸਾਬ ਹੈ, ਕਈ ਹਜ਼ਰਾਤ ਉਹ ਇੰਜ ਕਟਿੰਗ ਕਰਦੇ ਨੇ, ਅਸੀਂ ਇਹ ਸਿਰਫ 20 ਗਲਾ ਬਣਾਉਣਾ ਹੁੰਦਾ ਹੈ। ਅਸੀਂ 20 ਬਣਾਉਂਦੇ ਹਾਂ। ਅਸੀਂ ਇੱਕ ਸ਼ੇਪ ਸਾਡੀ ਇੱਕ ਅਲੱਗ ਹੈ, ਆਪਣੀ ਹੈ। ਠੀਕ ਹੈ। ਅਸੀਂ ਜੋ ਡੋਨਿੰਗ ਕਰਨੇ ਆ, ਅਸੀਂ ਉਹਦੇ ਹਿਸਾਬ ਨਾਲ ਹੀ ਇਹਨੂੰ ਅਸੀਂ ਕਵਰ ਵੀ ਕਰਨਾ ਹੁੰਦਾ ਨਾਲ। ਇਹਦੇ ਪਿੱਛੇ ਅਸਾਂ ਤੀਰਾ ਵੀ ਲਗਾਉਣਾ ਹੁੰਦਾ। ਮੇਰਾ ਤੀਰਾ ਤੁਸੀਂ ਅਕਸਰ ਵੇਖਿਆ ਹੋਏਗਾ, ਕਟਿੰਗ ਦੇ ਵਿੱਚ ਵੇਖ ਲਓ, ਇੱਕ ਜੈਸਾ ਹੀ ਹੋਵੇਗਾ, ਸਟ੍ਰੇਟ ਹੋਵੇਗਾ, ਇੱਕ ਜੈਸਾ ਹੀ ਨਜ਼ਰ ਆਵੇਗਾ। ਉਹਦੇ 'ਚ ਫਰਕ ਵੀ ਨਹੀਂ ਤੁਹਾਨੂੰ ਨਜ਼ਰ ਆਵੇਗਾ। ਠੀਕ ਹੈ। ਤੇ ਇਸ ਕਟਿੰਗ 'ਚ ਵੀ ਫਰਕ ਤੁਹਾਨੂੰ ਮਹਿਸੂਸ ਨਹੀਂ ਹੋਵੇਗਾ। 3 ਇੰਚ ਡੋਨਿੰਗ ਵੀ ਕਰਨਾ ਪਿਆ, 3 ਇੰਚ ਮੈਂ ਇੱਥੋਂ ਕਾਲਰ ਦਾ ਵੀ ਕਰਨਾ। ਮੈਂ 14.5 ਕਰਕੇ ਵੀ ਮੈਨੂੰ ਇਹ 2.5 ਇੱਥੋਂ ਬਚਦਾ। ਫਿਰ ਵੀ ਤੁਸੀਂ 14.5 ਕਾਲਰ ਜੇ ਲਾਉਂਦੇ ਵੀ ਹੋ, ਤੁਸੀਂ ਉਹਦਾ 2 ਇੰਚ ਰੱਖੋਗੇ, 2.25 ਰੱਖੋਗੇ, 2.5 ਰੱਖੋਗੇ, ਤੁਹਾਡੇ ਅਕਸਰ ਬਾਡੀ ਦੇ ਉੱਤੇ ਵੱਟ ਆਉਣ ਦੀ ਮੇਨ ਵਜ੍ਹਾ ਵੀ ਇਹ ਹੀ ਹੈ। ਜੇ ਤੁਸੀਂ 2.5 ਇੰਚ ਕਟਿੰਗ ਕਰਦੇ ਹੋ ਨਾ, 2.25 ਇੰਚ ਜੇ ਕਟਿੰਗ ਇੱਥੋਂ ਨਿਸ਼ਾਨ ਲਾ ਕੇ ਡੋਨਿੰਗ ਦੀ ਕਰਦੇ ਹੋ, ਠੀਕ ਹੈ, ਉਸ ਤੋਂ ਬਾਅਦ ਕਾਲਰ ਦਾ ਤੁਹਾਡਾ ਉਹੀ ਹਿਸਾਬ ਹੁੰਦਾ ਸਾਂਝਾ। ਇਸ ਵਿੱਚ ਹੀ ਆ ਕੇ ਤੁਹਾਡਾ ਵਿਗਾੜ ਬਣ ਜਾਂਦਾ। ਇਹ ਜਿੰਨੀਆਂ ਵੀ ਤੁਹਾਡੀਆਂ ਬਾਡੀ ਦੇ ਸਲਵਟਾਂ ਜੋ ਕੁਝ ਵੀ ਆਉਂਦਾ ਪਿਆ, ਸਿਰਫ ਮੇਨ ਵਜ੍ਹਾ ਵੀ ਇਹ ਹੀ ਹੈ। ਤੁਹਾਡਾ ਕਾਲਰ, ਤੁਹਾਡਾ ਬੈਨ ਆਪਣੀ ਜਗ੍ਹਾ ਤੇ ਰਾਈਟ ਨਹੀਂ ਬੈਠਦਾ। ਠੀਕ ਹੈ। ਹੁਣ ਇਹ ਮੈਂ ਕੁੜਤਾ ਪਹਿਨੇ ਆ, ਇਹ ਮੇਰਾ ਆਪਣਾ ਨਹੀਂ ਬਣਿਆ ਆ, ਇਹ ਜੇ ਡਾਟ ਦਾ ਵੇ, ਰੈਡੀਮੇਡ ਹੈ ਵਾਲਾ। ਠੀਕ ਹੈ। ਅਕਸਰ ਇਹਦੇ ਵਿੱਚ ਕਿਉਂਕਿ ਇਹ ਕਿਸੇ ਕਿਸੇ ਨੂੰ ਜਿਸਮ ਤੇ ਬਹਿੰਦਾ, ਹਰ ਕਿਸੇ ਦਾ ਇਹਨਾਂ ਸਾਈਜ਼ ਇੰਦੇ ਹੁੰਦੇ ਨੇ, ਹਰ ਕਿਸੇ ਨੂੰ ਨਹੀਂ ਬੈਠਦੇ ਆ ਜਿਸਮ ਦੇ ਉੱਤੇ। ਠੀਕ ਹੈ। ਵਿੱਚ ਕੋਈ ਰਮਜ਼ਾਂ ਹੁੰਦੀਆਂ ਨੇ, ਸੈਟਿੰਗ ਹੁੰਦੀ ਹੈ ਕੋਈ ਜਿਹੜਾ। ਹੁਣ ਇਹ ਕਿਸੇ ਟਾਈਮ ਜਨਾਬੇ ਉਂਝ ਵੇਖੋਗੇ ਤੇ ਇੰਜ ਸਿੱਧਾ ਬੈਠੇ ਆ, ਥੱਲੇ ਡਿੱਗੇ ਆ, ਤੇ ਹਰ ਕਿਸੇ ਨੂੰ ਵੀ ਨਹੀਂ ਬੈਠਦਾ। ਕਿਸੇ ਕਿਸੇ ਨੂੰ ਬੈਠ ਜਾਂਦਾ, ਕਿਸੇ ਕਿਸੇ ਨੂੰ ਜਨਾਬੇ ਵਾਲੀ ਕੁਝ ਕੀਤਾ ਹੁੰਦਾ, ਵੱਟ ਸਲਵਟ ਆਉਂਦੀ ਹੁੰਦੀ ਹੈ। ਠੀਕ ਹੈ। ਹੁਣ ਇਹ ਸਲਵਟਾਂ ਜਿਹੜੀਆਂ ਸਾਰੀਆਂ ਨੇ, ਜੋ ਕੁਝ ਵੀ ਹੈ ਵੇ, ਇਹ ਪ੍ਰੋਬਲਮ ਹੈ ਸਾਰੀ ਇਸੇ ਵਜ੍ਹਾ ਦੀ ਹੈ। ਠੀਕ ਹੈ। ਇਹ ਵੇ ਛੋਟਾ ਜਿਹਾ ਕੁਲੀਆ, 3 ਇੰਚ ਮੇਰਾ ਡਾਊਨ ਰੱਖਣ ਦਾ ਮਕਸਦ ਕੀ ਹੈ? ਇਹ ਵੇ ਮੈਨੂੰ 2.5 ਉਸੇ ਹੀ ਮਿਲ ਜਾਂਦਾ। ਵਜ੍ਹਾ ਕੀ ਹੈ? ਮੇਰੀ ਜਿਹੜੀ ਕਟਿੰਗ ਹੁੰਦੀ ਹੈ ਬਿਲਕੁਲ ਬਰਾਬਰ ਆ ਕੇ ਕਾਲਰ ਦੇ ਉੱਤੇ ਬਵੇਗੀ, ਬਾਡੀ ਦੇ ਉੱਤੇ ਬਵੇਗੀ। ਇਹਦਾ ਸਿਰਫ ਫਰਕ ਇਹ ਜੇ ਇਸ ਚੀਜ਼ ਦਾ। ਮੈਂ ਹਰ ਕਾਰੀਗਰ ਜਿਹੜਾ ਨਾ ਇਹਨੂੰ ਫਿਰ ਦੁਬਾਰਾ ਛਾਂਟਦਾ ਜੀ, ਕਾਰੀਗਰ ਛਾਂਟਦਾ ਹੈ ਨਾ, ਉਹਦੇ ਨਾਲ ਇਹਦੀ ਆਪਣੀ ਲੁੱਕ ਬਣਦੀ ਹੈ। ਖੁਦ ਬਾ ਖੁਦ ਦੀ ਜਨਾਬ ਇਹਨੇ ਜਿਹੜਾ ਨਾ ਖੁਦ ਬਾ ਖੁਦ ਹੀ ਆਪਣੀ ਲਾਈਨ ਤੇ ਐਡਜਸਟ ਹੋ ਜਾਣਾ ਹੁੰਦਾ, ਜਿੰਨਾ ਕੋ ਬਾਡੀ ਦਾ। ਕਿਉਂਕਿ ਕਾਲਰ ਦਾ ਜਿਹੜਾ ਜਾਂ ਬੈਨ ਦਾ ਜਿਹੜਾ ਹੈ ਨਾ ਤੁੱਕ, ਉਹ ਇੱਥੇ ਨਹੀਂ ਬਹਿਣਾ। ਮੈਂ ਅੱਗੇ ਵੀ ਇੱਕ ਵੀਡੀਓ ਬਣਾ ਚੁੱਕਿਆ ਵਾਂ, ਉਹ ਇਹ ਜਗ੍ਹਾ ਨਹੀਂ ਹੈਗੀ, ਇਹ ਜਗ੍ਹਾ ਹੈ ਗਰਦਨ ਦੇ ਨਾਲ ਥੱਲੇ। ਇਹ ਜਿਹੜੀ ਹੱਡੀ ਹੈ ਨਾ, ਇਹ ਜਿਹੜੀ ਵਿੱਥ, ਇਹ ਜਿਹੜੀ ਜਿੱਥੇ ਇਸ਼ਾਰਾ ਵੇ, ਜਿੱਥੇ ਸਾਹ ਰੁਕਦਾ, ਅਸਲ ਚੀਜ਼ ਇਹ ਵੇ ਬੈਨ ਦੀ। ਠੀਕ ਹੈ। ਅਸੀਂ ਅਕਸਰ ਜਿਹੜੇ ਵੀ ਨਾਪ ਲੈਂਦੇ ਨੇ, ਉਹ ਨਾਪ ਵੀ ਜਨਾਬ ਲਈ ਇੱਥੋਂ ਇਸ ਉਤਲੇ ਹਿੱਸੇ ਚੋਂ ਲੈਂਦੇ ਨੇ। ਉਤਲੇ ਹਿੱਸੇ ਜਿਹਦਾ ਨਾਪ ਨਹੀਂ ਹੁੰਦਾ, ਇਹਦਾ ਨਾਪ ਹੁੰਦਾ ਬਾਡੀ ਦੇ ਬਿਲਕੁਲ ਨਾਲ ਨਾਲ ਥੱਲੇ, ਵਿੱਚ ਸ਼ੋਲਡਰ ਆਉਂਦੇ ਨੇ, ਸ਼ੋਲਡਰ ਦਾ ਫਲਾਹ ਆਉਂਦਾ, ਫਿਰ ਉਸ ਤੋਂ ਬਾਅਦ ਗਰਦਨ ਦੇ ਨਾਲ ਆ ਕੇ ਬੈਠਣਾ ਹੁੰਦਾ ਹੈ। ਠੀਕ ਹੈ। ਇਹ ਨਿੱਕੀਆਂ ਨਿੱਕੀਆਂ ਕੋਈ ਪੁਆਇੰਟ ਹੁੰਦੇ ਨੇ, ਨਿੱਕੇ ਨਿੱਕੇ ਚੀਜ਼ਾਂ ਹੁੰਦੀਆਂ ਨੇ। ਠੀਕ ਹੈ। ਤੇ ਕਈ ਪਹਿਲੇ ਹੀ ਕਟਿੰਗ ਕਰ ਛੱਡਦੇ ਨਾ ਬਰਾਬਰ ਦੀ, ਉਹ ਬਿਲਕੁਲ ਛਾਂਟਣਾ ਨਹੀਂ ਪੈਂਦਾ, ਫਿਰ ਉਹ ਬਹਿੰਦਾ ਨਹੀਂ ਆਪਣੀ ਜਗ੍ਹਾ ਤੇ। ਫਰਕ ਆ ਜਾਂਦਾ ਨਾ। ਅਕਸਰ ਜਿਹੜੇ 2.5 ਇੰਚ ਡੋਨਿੰਗ ਕਰਕੇ ਕੱਟਦੇ ਨੇ, ਠੀਕ ਹੈ, ਜਿਸ ਟਾਈਮ ਉਹ ਹਾਲਾ ਕੱਟਣਗੇ ਨਾ, ਉਹ ਕਿੰਨੀ ਉਹਦੀ ਡੋਨਿੰਗ ਰਹਿ ਜਾਏਗੀ। ਇਹ ਥੋੜਾ ਜਿਹਾ ਚੀਜ਼ ਨੂੰ ਥੋੜਾ ਜਿਹਾ ਨਾ ਜ਼ੇਨ ਦੇ ਵਿੱਚ ਕਰਿਆ ਜੇ। ਜਿਸ ਟਾਈਮ 2.5 ਇੰਚ ਦੀ ਸੂਟ ਦੀ ਤੁਸੀਂ ਕਟਿੰਗ ਕਰਦੇ ਹੋ ਡੋਨ ਰੱਖ ਕੇ, ਠੀਕ ਹੈ, ਫਿਰ ਆਖਦੇ ਹੋ ਕਮੀਜ਼ ਚਕੀ ਜਾਂਦੀ ਹੈ, ਜੇ ਸਲਵਟਾਂ ਹੁੰਦੀਆਂ ਨੇ, ਵਜ੍ਹਾ ਕੀ ਹੈ? 2.5 ਇੰਚ ਤੁਸੀਂ ਰੱਖ ਕੇ ਡੋਨਿੰਗ ਉਹਦੀ ਕਰਦੇ ਹੋ, ਉਸ ਤੋਂ ਬਾਅਦ ਤੁਸੀਂ ਹਾਲਾ ਉਹਦਾ ਕੱਟਦੇ ਹੋ, ਉਸ ਤੋਂ ਬਾਅਦ ਜਿਹੜਾ ਤੁਹਾਡਾ ਦਬਾਅ ਘਟੀ ਜਾਂਦਾ, ਪਿੱਛੇ ਕੀ ਬਚਦਾ? ਪਿੱਛੇ ਤੁਹਾਡਾ ਉਹ ਅੱਧੀ ਇੰਚ ਮੁੰਨੀ ਇੰਚ ਤੁਹਾਡਾ ਉਹ ਗਾਇਬ ਹੋ ਜਾਂਦਾ। ਅੱਧੀ ਇੰਚ ਮੁੰਨੀ ਇੰਚ ਤੁਹਾਡਾ ਗਾਇਬ ਹੋ ਜਾਂਦਾ, ਜਿਸ ਦੀ ਵਜ੍ਹਾ ਤੋਂ ਤੁਹਾਨੂੰ ਇਹ ਪ੍ਰੋਬਲਮ ਆਉਂਦੀ ਹੈ। ਤੇ ਇਹ ਇਨਸ਼ਾਅੱਲਾ ਤਾਲਾ ਇਸ ਚੀਜ਼ ਨੂੰ ਫਾਲੋ ਕਰੋ। ਤੇ ਮੇਰੇ ਖਿਆਲ ਨਾਲ ਉਮੀਦ ਹੈ ਤੁਹਾਡੇ ਜਿਹੜੇ ਨਾ ਮਜ਼ੀਦ ਇਹ ਚੀਜ਼ਾਂ ਤੁਸੀਂ ਬੇਸ਼ੱਕ ਡਾਊਨ ਰੱਖਦੇ ਹੋ, ਜਿਸ ਤਰ੍ਹਾਂ ਮਰਜ਼ੀ ਰੱਖਦੇ ਹੋ, ਅੱਗੂ ਕਾਲਰ ਵਾਲਾ ਹਿੱਸਾ ਤੁਸੀਂ ਭੁੱਲ ਜਾਂਦੇ ਹੋ। ਤੇ ਇਹਨਾਂ ਡਾਊਨ ਕਰਕੇ ਵੀ ਤੁਹਾਨੂੰ ਸਮਝ ਨਹੀਂ ਆਉਂਦੀ ਹੋਣੀ। ਕਈ ਟੇਲਰ ਹਜ਼ਰਾਤ ਨੇ ਜਿਹੜੇ ਪਜ਼ਲ ਹੋਏ ਨੇ ਇਸ ਟਾਈਮ, ਮੈਨੂੰ WhatsApp ਤੇ ਕਾਲਾਂ ਆ ਚੁੱਕੀਆਂ ਨੇ, ਮਿਰਜ਼ਾ ਤੁਸੀਂ ਕਿਹੜੇ ਵਕਤ ਨੂੰ ਸਾਨੂੰ ਪਾ ਦਿੱਤਾ। ਅਕਸਰ ਸਾਰੇ ਟੇਲਰ ਫੁੱਲ ਰਿਲੀਫ ਦੇ ਵਿੱਚ ਸਨ, ਫੁੱਲ ਇੰਜ ਮਜ਼ੇ ਨਾਲ ਲੱਗੇ ਸਨ, ਬਸ ਠੀਕ 2.5 ਇੰਚ ਆਇਆ, ਖਿੱਚੀ ਜੋ, ਕੱਟੀ ਜੋ। ਉਹ ਪਿੱਛੇ ਕੀ ਰਹਿ ਜਾਂਦਾ ਸੀ? 1.5 ਇੰਚ, ਕੋਈ 2.5 ਤੇ ਕਟਿੰਗ ਕਰਦਾ, ਕੋਈ 2 ਤੇ ਕਰਦਾ। ਠੀਕ ਹੈ। ਹਰ ਇੱਕ ਦੇ ਫਾਰਮੂਲੇ ਆਪਣੇ ਆਪਣੇ ਨੇ, ਚੱਲਦੇ ਪਏ ਨੇ।
ਤੇ ਜਿਸ ਟਾਈਮ ਦੇ ਅਸੀਂ ਜਿਹੜਾ ਹੁਣ ਮੈਂ 6 ਇੰਚ ਡੋਰਿੰਗ ਦਾ ਇੱਕ ਕੱਢ ਧਰਿਆ, ਉਹ ਲਹਿਦਾ ਉਹਨਾਂ ਨੂੰ ਵਕਤ ਪੈ ਗਿਆ। ਪਹਿਲਾਂ ਤੇ 3 ਇੰਚ ਦਾ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ ਹੈਗਾ 3 ਇੰਚ ਕਮੀਜ਼ ਚਕੀਨ ਦਾ ਝੋਲ ਦਾ, ਇਹ ਝੋਲ ਕਿਉਂ ਆ ਰਿਹਾ, ਇਹ ਸਲਵਟ ਕਿਉਂ ਆ ਰਹੀ, ਜੋ ਕੁਝ ਵੀ ਕਮੀਜ਼ ਬੈਕ ਜਾ ਰਹੀ, ਕਮੀਜ਼ ਚਕੀਨ ਦੇ ਪਿੱਛੇ ਐਡਾ ਹਿੱਸਾ ਲਮਕੇ ਆਵੇ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੈਟਰ ਕਰਦੀਆਂ ਨੇ। ਠੀਕ ਹੈ, ਟੇਲਰ ਫੁੱਲ ਈਜ਼ੀ ਸਨ। ਇਹ ਛੋਟੇ ਛੋਟੇ ਜਿਹੜੇ ਨੁਕਸ ਨੇ ਜੇ ਚੁੱਕੇ ਨੇ, ਤੇ ਇਹ ਹੁਣ ਇਸ ਟਾਈਮ ਆ ਕੇ ਹਰ ਟੇਲਰ ਜਿਹੜਾ ਪਰੇਸ਼ਾਨ ਹੋਇਆ ਪਿਆ। ਕੋਈ ਵੀ ਕਸਟਮਰ ਉਹਨਾਂ ਕੋਲ ਜਾਂਦਾ, ਉਹ ਮੇਨ ਪਹਿਲਾਂ ਗੱਲ ਹੀ ਇਹ ਕਰਦਾ, ਭਾਜੀ ਮੇਰੇ ਸੂਟਾਂ ਦਾ ਮਸਲਾ ਬਣ ਗਿਆ, ਮੇਰੇ ਸੂਟਾਂ ਦਾ ਮਸਲਾ ਬਣ ਗਿਆ। ਤੇ ਮੇਰੇ ਉਹਨਾਂ ਭਾਈਆਂ ਅੱਗੇ ਗੁਜ਼ਾਰਿਸ਼ ਹੈ, ਇਤਰੇ ਇਤਰੇ ਮਹਿੰਗੇ ਜਿਨ੍ਹਾਂ ਭਾਈਆਂ ਦੇ ਜਿਹੜੇ ਸੂਟ ਨੇ, ਜੇ ਕਮੀਜ਼ਾਂ ਅੱਗੋਂ ਚਕੀਤੀਆਂ ਨੇ ਨਾ, ਇੰਜ ਖੁੱਲੀਆਂ ਨੇ, ਉਹਨਾਂ ਦਾ ਹੱਲ ਅਸੀਂ ਕੱਢ ਦਿਆਂਗੇ। ਤੰਗ ਨੇ, ਫਿਟਿੰਗ ਨੇ, ਉਹਨਾਂ ਦਾ ਅਸੀਂ ਹੱਲ ਨਹੀਂ ਕੱਢ ਸਕਦੇ। ਹਾਂ, ਕਮੀਜ਼ਾਂ ਤੁਹਾਡੀਆਂ ਚਕੀਤੀਆਂ ਨੇ, ਬੈਗ ਜਾਂਦੀਆਂ ਪਈਆਂ ਨੇ, ਉਹ ਤੁਸੀਂ ਜਨਾਬ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਆਪਣਾ ਉਹ ਸੂਟ, ਸੀਤਿਆ ਹੋਇਆ ਸੂਟ ਤੁਸੀਂ ਸਾਡੇ ਕੋਲ ਭੇਜੋ, ਅਸੀਂ ਉਹ ਜਨਾਬ ਉਹਨੂੰ ਬਿਲਕੁਲ ਠੀਕ ਕਰਕੇ ਤੁਹਾਨੂੰ ਬੈਕ ਵਾਪਸ ਭੇਜਾਂਗੇ। ਪਰ ਸਿਲਾਈ ਅਸੀਂ ਪੂਰੀ ਲਾਵਾਂਗੇ। ਸਿੱਧੀ ਗੱਲ ਹੈ, ਸਿਲਾਈ ਅਸੀਂ ਪੂਰੀ ਲਵਾਂਗੇ ਇਨਸ਼ਾਅੱਲਾ ਤਾਲਾ। ਜਨਾਬ ਤੁਹਾਡੇ ਉਹੀ ਸੂਟ ਜਿਹੜੇ ਤੁਹਾਡੇ ਬੇਕਾਰ ਜਾ ਰਹੇ ਨੇ, ਤੁਸੀਂ ਉਹ ਜਨਾਬ ਪਾਉਂਦੇ ਹੋ ਤੇ ਸਰਵਟ ਆ ਜਾਂਦੀ ਹੈ, ਜੋ ਕੁਝ ਵੀ ਹੈ ਬਿਲਕੁਲ ਇੰਜ ਮੀਆਂ ਮੀਆਂ ਰਹੇਗਾ, ਬਾਡੀ ਦੇ ਉੱਤੇ ਬਿਲਕੁਲ ਸੂਟ ਬਵੇਗਾ। ਹਾਂ, ਨਾਪ ਤੁਹਾਡਾ ਪ੍ਰੋਪਰ ਹੋਣਾ ਚਾਹੀਦਾ, ਮੈਨੂੰ ਸੈਂਡ ਕਰੋ। ਠੀਕ ਹੈ, ਅਬਲ ਉਹ ਹੀ ਕਮੀਜ਼ ਜਿਹੜੀ ਸੀਲੀ ਹੋਈ ਹੈ, ਜੇ ਉਹ ਤੁਸੀਂ ਆਪਣੀ ਪਹਿਲਾਂ ਪਿਕਚਰ ਭੇਜਣੀ ਹੈ ਕਮੀਜ਼ ਪਹਿਨ ਕੇ, ਜੇ ਤੇ ਉਹਦੇ ਵਿੱਚ ਉਹ ਫਾਲਟ ਆ ਰਿਹਾ, ਜੋ ਕੁਝ ਵੀ ਤੁਸੀਂ ਮਹਿਸੂਸ ਕਰਦੇ ਹੋ ਯਾਰ ਇਹ ਚੀਜ਼ਾਂ ਸਾਡੇ ਵਿੱਚ ਬਾਡੀ ਵਿੱਚ ਨਹੀਂ ਆਉਣੀਆਂ ਚਾਹੀਦੀਆਂ, ਜੇ ਉਹ ਆਣ ਜਨਾਬ ਉਹ ਤੁਸੀਂ ਮੈਨੂੰ ਸੂਟ ਭੇਜੋ। ਕਿਸੇ ਦਾ ਵੀ ਸਿਲਿਆ ਕੋਈ ਇਸ਼ੂ ਨਹੀਂ ਹੈ, ਕਿਸੇ ਟੇਲਰ ਦਾ ਵੀ ਸਿਲਾਈ ਹੋਇਆ ਕੋਈ ਪ੍ਰੋਬਲਮ ਨਹੀਂ। ਠੀਕ ਹੈ, ਉਹ ਜਨਾਬ ਅਸੀਂ ਨੁਕਸ ਕੱਢ ਕੇ ਸੂਟ ਤੁਹਾਡੇ ਕੋਲ ਬੈਕ ਵਾਪਸ ਜਾਏਗਾ, ਤੁਸੀਂ ਫਿਰ ਚੈੱਕ ਕਰਿਆ ਜੀ, ਉਸ ਤੋਂ ਬਾਅਦ ਫਿਰ ਦੱਸਿਆ ਜੀ। ਵੇਖੋ ਨਾ, ਉਸ ਤੋਂ ਬਾਅਦ ਫਿਰ ਤੁਸੀਂ ਗੱਲ ਕਰਨ ਦੇ ਹੱਕਦਾਰ ਹੋ। ਅਬਲ ਤੇ ਅਲਹਮਦੁਲਿਲਾ ਮਾਸ਼ਾਅੱਲਾ ਸਾਡੀਆਂ ਵੀਡੀਓ ਸ਼ੁਕਰ ਹੈ ਉਸ ਜ਼ਾਤ ਦਾ ਬਹੁਤ ਜ਼ਿਆਦਾ ਫਾਲੋ ਕਰ ਰਹੇ ਨੇ। ਅੱਲਾ ਉਹਨਾਂ ਨੂੰ ਜ਼ਿੰਦਗੀ ਦੇ, ਹਯਾਤੀ ਦੇ, ਜਿਹੜੇ ਕੰਮ ਕਰ ਰਹੇ ਨੇ, ਜਿਹੜੇ ਨਏ ਨੇ, ਤੇ ਮਾਸ਼ਾਅੱਲਾ ਕਾਫੀ ਅੱਛਾ ਰਿਸਪੌਂਸ ਹੈ ਇਹਦਾ। ਕੋਈ ਵੀ ਵੀਡੀਓ ਅਸੀਂ ਚਾੜ ਰਹੇ ਹਾਂ, ਕਾਫੀ ਅੱਛਾ ਰਿਸਪੌਂਸ ਮਿਲ ਰਿਹਾ, ਤੇ ਤੁਹਾਡੀ ਇਹ ਮਿਹਰਬਾਨੀ ਹੈ, ਪਿਆਰ ਹੈ, ਮੁਹੱਬਤ ਹੈ, ਤੁਸੀਂ ਜਨਾਬ ਸਾਨੂੰ ਇਸ ਕਾਬਲ ਸਮਝਿਆ। ਅਸਾਂ ਨਿੱਕੇ ਨਿੱਕੇ ਪੁਆਇੰਟ ਚੁੱਕੇ ਨੇ, ਉਹਨਾਂ ਪੁਆਇੰਟਾਂ ਦੇ ਉੱਤੇ ਤੁਸੀਂ ਫਾਲੋ ਕਰ ਰਹੇ ਹੋ। ਠੀਕ ਹੈ, ਕਿਉਂਕਿ ਇਹ ਉਹ ਨੁਕਸ ਨੇ ਜਿਹੜੇ ਤੁਹਾਡੀ ਸਮਝ ਤੁਸੀਂ ਇਨਗੋਰ ਕੀਤੇ ਹੋਏ ਸਨ, ਅਸੀਂ ਉਹਨਾਂ ਨੁਕਸਾਂ ਨੂੰ ਉਬਾਰਾ ਕੀਤਾ, ਵਾਪਸ ਲਿਆਂਦਾ। ਠੀਕ ਹੈ, ਅੱਲਾ ਨੇ ਜਿਸਮ ਤੇ ਚਲੋ ਬਣਾਇਆ, ਹਰ ਕਿਸਮ ਦਾ ਬਣਾਇਆ, ਬਾਕੀ ਇਹ ਵੇ ਅੱਲਾ ਨੇ ਜ਼ੇਨ ਇਨਸਾਨ ਨੂੰ ਹੀ ਦਿੱਤੇ ਨੇ। ਠੀਕ ਹੈ, ਉਹਦੇ ਹਿਸਾਬ ਨਾਲ, ਉਸ ਬਾਡੀ ਦੇ ਹਿਸਾਬ ਨਾਲ ਕਿਸ ਤਰ੍ਹਾਂ ਕਰਨਾ, ਕੀ ਤਰਤੀਬ ਹੈ, ਉਹਨੂੰ ਫਾਲੋ ਵੀ ਕਰਨਾ, ਹਰ ਇੱਕ ਚੀਜ਼ ਅੱਲਾ ਨੇ ਦੇਖੋ ਜੀ, ਹਰ ਇੱਕ ਚੀਜ਼ ਦਾ ਅੱਲਾ ਨੇ ਨਿਜ਼ਾਮ ਬਣਾਇਆ। ਠੀਕ ਹੈ, ਉਹਦਾ ਤੋੜ ਵੀ ਹੈ, ਹੱਲ ਵੀ ਹੈ ਵੇ, ਇਹ ਨਹੀਂ ਕਿ ਨਹੀਂ ਕੋਈ ਚੀਜ਼ ਹੈ ਉਹਦਾ ਕੋਈ ਹੱਲ ਹੀ ਨਹੀਂ ਹੈਗਾ। ਅਲਹਮਦੁਲਿਲਾ ਤੁਸੀਂ ਸੀਤਾ ਸੂਟ ਜਿਹਦੇ ਕੋਲ ਵੀ ਤੁਸੀਂ ਸਟਿਚਿੰਗ ਕਰਵਾਇਆ, ਤੁਸੀਂ ਉਹ ਭੇਜੋ ਮਿਰਜ਼ਾ ਟੇਲਰ, ਇਨਸ਼ਾਅੱਲਾ ਤਾਲਾ ਜਨਾਬ ਇਹ ਸਟੇਸ਼ਨ ਐਸਾ ਵੇ ਤੁਹਾਡਾ ਉਹ ਸੂਟ ਵੀ ਤੁਹਾਡੇ ਪਾਉਣ ਦੇ ਕਾਬਲ ਹੋ ਜਾਏਗਾ। ਅਲਹਮਦੁਲਿਲਾ ਤੁਹਾਡੀ ਉਹ ਜਿਹੜੀ ਹੈ ਨਾ ਸਲਵਟਾਂ ਜੋ ਕੁਝ ਵੀ ਆਉਂਦੀਆਂ ਨੇ, ਅਸੀਂ ਉਹ ਕਲੀਅਰ ਕਰਕੇ ਤੁਹਾਨੂੰ ਬੈਗ ਭੇਜ ਦਿਆਂਗੇ। ਅਲਹਮਦੁਲਿਲਾ ਇੱਡਾ ਕੁ ਸਾਨੂੰ ਸੈਂਸ ਹੈ। ਠੀਕ ਹੈ, ਉਹਨੂੰ ਕਵਰ ਕਰਨ ਦਾ ਕਿਸੇ ਦਾ ਵੀ ਬਣਿਆ, ਕੋਈ ਪਰੇਸ਼ਾਨੀ ਨਹੀਂ। ਆਪਣਾ ਨਾਪ ਸੈਂਡ ਕਰਿਆ ਜੇ। ਠੀਕ ਹੈ, ਉਸ ਤੋਂ ਬਾਅਦ ਫਿਰ ਕਮੀਜ਼ ਸਾਡੇ ਕੋਲ ਆਵੇਗੀ, ਆਪਣੀ ਪਿਕਚਰ ਭੇਜਿਆ ਜੇ WhatsApp ਦੇ ਉੱਤੇ, ਅਸੀਂ ਜਨਾਬ ਉਹ ਜ਼ਰੂਰ ਅਗਾਹ ਵੀ ਕਰਾਂਗੇ, ਵਿਖਾਵਾਂਗੇ ਵੀ, ਉਹਦੀ ਵੀਡੀਓ ਵੀ ਬਣਾਵਾਂਗੇ, ਇਹ ਮੈਂ ਪਹਿਲਾਂ ਦੱਸ ਰਿਹਾ। ਠੀਕ ਹੈ, ਤੇ ਫਿਰ ਤੁਸੀਂ ਜਨਾਬ ਜਿਸ ਟਾਈਮ ਮੁਕੰਮਲ ਹੋ ਕੇ ਸੂਟ ਤੁਹਾਡੇ ਕੋਲ ਪਹੁੰਚ ਜਾਏਗਾ, ਉਹੀਓ ਤੁਸੀਂ ਜਨਾਬ ਆਪਣੀ ਪਿਕਚਰ ਫਿਰ ਦੁਬਾਰਾ ਸੈਂਡ ਕਰਨੀ ਹੈ, ਫਿਰ ਜਨਾਬ ਉਹ ਇੰਪਰੂਵ ਕਰਨੀ ਹੈ। ਠੀਕ ਹੈ, ਹੁਣ ਸਾਨੂੰ ਇਜਾਜ਼ਤ ਦਿਓ, ਅੱਲਾ ਖੁਸ਼ ਰੱਖੇ ਤੁਹਾਨੂੰ, ਫੀ ਮਾਨ ਅੱਲਾ, ਅੱਲਾ ਸੋਹਣੇ ਦੇ ਵਾਲੇ ਰੱਬ।